रहमान नाज़रीन पानी की कमी बहुत ज़्यादा वा ते इहदे नाल ही जिहड़ियां ना वो इट्टां मतलब सटारियां वा ते ये हुण पुछदे आ कि इट्टां सिट्टण दा की मकसद आ। पुख्ता इट्टां आ गईयां वा ते खड़े आ उस्ताद। अस्सलाम वालेकुम जी। उस्ताद जी इट्टां दा की मकसद आ, की करन लगे आ हुण? ਇੱਟਾਂ ਦੇ ਨਾਲ ਅਸੀਂ ਸਭ ਤੋਂ ਪਹਿਲੇ ਇੱਥੇ ਇੱਕ ਛੋਟਾ ਜਿਹਾ ਕਮਰਾ ਬਣਾਵਾਂਗੇ ਜੋ 3-4 ਗਾਡਰਾਂ ਤੇ। ਅੱਛਾ। ਉਸ ਕਮਰੇ ਵਿੱਚ ਆਪਣੀ ਇੱਕ ਜ਼ਾਤੀ ਇੱਥੇ ਰਹਿਜ ਰੱਖਾਂਗੇ, ਕੋਈ ਮੁਰੱਬਾ ਚੱਕ ਤੋਂ ਦੂਰ ਆ। ਬਾਰਿਸ਼ ਹਨੇਰੀਆਂ ਦਾ ਮੌਸਮ ਆ ਜਾਂਦਾ, ਸਰਦੀ ਗਰਮੀ ਵੀ ਨਾਲ ਹੁੰਦੀ ਆ ਤੇ ਆਪਦਾ ਮੰਜੀਆਂ ਦੇ ਅੰਦਰ ਸਿੱਟੀਆਂ ਜਾਂ ਬਾਹਰ ਛਾਵੇਂ ਇਹਨਾਂ ਅੰਬਾਂ ਥੱਲੇ ਡਾਈਆਂ। ਗਰਮੀ ਨਾ ਥੱਲੇ ਗੁਜ਼ਾਰੀ, ਸਰਦੀ ਅੰਦਰ ਕਰ ਲਿਆ ਕਰਾਂਗੇ। ਇਸ ਕੋਠੇ ਤੋਂ ਬਾਅਦ ਜਿਹੜਾ ਅਸਲ ਜੇ ਮੇਰਾ ਮਕਸਦ ਹੋਰ ਹੈਗਾ ਕਿ ਇੱਥੇ ਕੋਠਾ ਬਣੇਗਾ, ਫਿਰ ਮੈਂ ਇੱਥੇ 2 ਇੰਚੀ ਮਰਸੀਬਲ ਪੰਪ ਲਾਵਾਂਗਾ। ਅੱਛਾ। ਉਹ ਜਿਹੜਾ ਪਲੇਟਾਂ ਚੱਲਦਾ ਸੋਲਰ ਸਿਸਟਮ ਤੇ 6 ਇੰਚੀ 2 ਇੰਚੀ ਪੰਪ ਲਾਵਾਂ। ਕਹਿੰਦੇ 8 ਪਲੇਟਾਂ 6 ਪਲੇਟਾਂ ਚੱਲ ਜਾਂਦਾ। ਕਿ ਇਹ ਜਿਹੜੇ ਆਮ ਬਣਾ ਇਹਨਾਂ ਦੀ ਮੈਨੂੰ ਜ਼ਿੰਦਗੀ ਆਪਣੀ ਤੋਂ ਵੀ ਜ਼ਿਆਦਾ ਅਜ਼ੀਜ਼ ਆ। ਇਹ ਜਿਹੜੇ ਪੌਦੇ ਨੇ ਅਗਰ ਇਹ ਦਿੰਦਾ ਤਾਂ ਮੈਂ ਦਿੰਦਾ। ਇਹਨਾਂ ਨੂੰ ਪਾਣੀ ਦੇਣ ਵਾਸਤੇ, ਨਹਿਰੀ ਪਾਣੀ ਦੀ ਕਮੀ ਨੂੰ ਦੂਰ ਕਰਨ ਵਾਸਤੇ ਜਿਹੜਾ ਨਾ ਉਹ 2 ਇੰਚੀ ਮਰਸੀਬਲ ਪੰਪ ਲਾ ਕੇ ਇਹਦੇ ਛੋਟਾ ਜਿਹਾ ਹਾਊਸ ਬਣਾਵਾਂਗਾ। ਅੱਛਾ। 10 ਮਰਲੇ ਕਨਾਲ ਚ। ਉਹਦਾ ਕੀ ਮਕਸਦ ਹੋਏਗਾ? ਉਹਦਾ ਹੋਏਗਾ ਕਿ ਜਿਹੜਾ ਪੰਪ ਆ ਨਾ ਉਹਦੀ ਧਾਰ ਡਿੱਗਦੀ ਰਵੇ, ਚੱਲਦਾ ਹੀ ਰਵੇ, ਉਹ ਚੱਲਦਾ ਰਵੇ, ਉਹਦੇ ਵਿੱਚ ਪਾਣੀ ਇਕੱਠਾ ਹੁੰਦਾ ਰਵੇ, ਜਮਾ ਹੁੰਦਾ ਰਵੇ। ਕਿਉਂਕਿ ਥੋੜਾ ਪੰਪ ਚੱਲੇਗਾ ਤਾਂ ਉਹਨੇ ਮਾਰ ਨਹੀਂ ਕਰਨੀ। ਜਦੋਂ ਪੂਰਾ ਦਿਨ ਚੱਲੇਗਾ ਉਹਦੇ ਵਿੱਚ ਕਾਫੀ ਯਾਨੀ ਕਿ 30-40 ਮੁਰੱਬਾ ਫੁੱਟ ਪਾਣੀ ਜਮਾ ਹੋ ਜਾਏਗਾ। ਫਿਰ ਉਹਦਾ 5 ਇੰਚੀ ਪੈਪ ਲਾਊਂਗਾ ਖਾਲੇ ਨੂੰ, ਉਹ ਇੱਕ ਵਾਰੀ ਛੱਡਿਆ ਕਰੂੰਗਾ, ਪਾਣੀ ਧੱਕਾ ਮਾਰ ਕੇ ਜ਼ੋਰ ਨਾਲ ਜਿਹੜੇ ਖੱਤੇ ਨੂੰ ਛੱਡਿਆ ਤਾਂ ਉਹਨੂੰ ਪਿਆ ਕੇ ਪਰਾਂ ਕੀਤਾ। ਇਹ ਪਾਣੀ ਫਿਰ ਜਮਾ ਹੁੰਦਾ ਰਿਹਾ ਕਰੇਗਾ। ਰੋਜ਼ ਦੀਆਂ 2 ਕਨਾਲਾਂ ਵੀ ਸ਼ਾਮ ਨੂੰ ਪੀਜਿਆ ਕਰਨਗੀਆਂ ਤੇ ਕਿਹੜਾ ਬਿੱਲ ਦੇਣਾ ਬਿਜਲੀ ਦਾ। ਫਿਰ ਪਲੇਟਾਂ ਹੁਣ ਤਾਂ ਕਾਫੀ ਕਹਿੰਦੇ ਰਹਿਤ ਹੋਈਆਂ ਵੀ 22,000 ਦੀ ਪਲੇਟ ਲੱਭ ਜਾਂਦੀ, 550 ਵਾਟ ਦੀ। ਉਹ 5-7 ਪਲੇਟਾਂ ਲੈ ਕੇ ਇੱਥੇ ਜੜ ਦਿਆਂਗੇ। ਜੜ ਕੇ ਤੇ 2 ਇੰਚੀ ਲਾ ਕੇ ਇੱਥੇ ਪੰਪ ਤੇ ਇੱਥੇ ਤਲਾ ਨਿਕਾ ਜਿਹਾ ਬਣਾ ਲਾਂਗੇ ਨਾ, ਵਿੱਚ ਉਹ ਮੱਛੀਆਂ ਛੱਡ ਲਿਆ ਕਰਾਂਗੇ। ਤੇ ਨਾਲ ਕਹਿੰਦੇ ਫਾਰਮੀਆਂ ਜਿਹੜੀਆਂ ਹੁੰਦੀਆਂ ਨਾ ਬਤਕਾਂ, ਉਹ ਵੀ ਲੈ ਕੇ ਰੱਖਾਂਗੇ ਤਾਂ ਕਿ ਰਾਤ ਨੂੰ ਰਾਖੀ ਰੁਖੀ ਵਾਸਤੇ ਬੰਦੇ ਦੀ ਬੜੀ ਉਹ ਕੈਦ ਕਰਦੀਆਂ ਤੇ ਜਦੋਂ ਬੰਦਾ ਦੇਖਦੀਆਂ ਤੇ ਬੜਾ ਸ਼ੋਰ ਪਾਉਂਦੀਆਂ। ਦੂਸਰਾ ਇੱਥੇ ਸੇਹ ਨਾਲ ਖੁੱਡਾ ਮੁਰੱਬੇ 'ਚ ਮੌਜੂਦ ਆ, ਇਹਨਾਂ ਦੇ ਤਣੇ ਨੂੰ ਕੱਟਦੀਆਂ, ਅੰਬ ਦੇ ਫਲ ਨੂੰ ਖਾਂਦੀਆਂ। ਜਦੋਂ ਫਿਰ ਸੇਹ ਸੂਹ ਵਗੈਰਾ ਦੇਖਿਆ ਕਰਨਗੀਆਂ ਤੇ ਬਤਕਾਂ ਸ਼ੋਰ ਪਾਇਆ ਕਰਨਗੀਆਂ। ਤੇ ਕੁੱਤਾ ਵੀ ਇੱਕ ਡੌਗੀ ਵੀ ਰੱਖੂਗਾ ਛੋਟਾ ਜਿਹਾ। ਅੱਛਾ। ਜਿਹੜਾ ਬੰਦਿਆਂ ਦੀ ਕੇਅਰ ਵਾਸਤੇ, ਕਿਉਂਕਿ ਚੱਕੋਂ ਦੂਰ ਆ ਤੇ ਉਹ ਬੰਦੇ ਨੂੰ ਵੇਖ ਕੇ ਫਿਰ ਜਾ ਕੇ ਤਲਾਹ ਦੇਵੇ ਕਿ ਬੰਦਾ ਐਂਟਰ ਹੋ ਰਿਹਾ ਤੇ ਉਹ ਭੌਂਕੇ ਸ਼ੌਂਕੇਗਾ ਤੇ ਫਿਰ ਚਲੋ ਬੰਦਾ ਫਿਰ ਆਪਦਾ ਬਹੁਤ ਸੋਹਣਾ। ਉਸਤਾਦ ਜੀ ਤੁਸੀਂ ਇਹ ਸੋਚਿਆ, ਲੇਕਿਨ ਇਹ ਦੱਸੋ ਕਿ ਤੁਸੀਂ ਤਾਂ ਡੈਮ ਬਣਾਉਣ ਦੀ ਸ਼ੁਰੂਆਤ ਰੱਖ ਲਈ। ਹਾਂਜੀ। ਤੇ ਸਾਡੀ ਹਕੂਮਤ ਨੇ ਕਦੋਂ ਰੱਖਣੀ? ਇਹਨਾਂ ਨੇ ਕਦੋਂ ਡੈਮ ਬਣਾਉਣੇ ਆ? ਹਕੂਮਤ ਦੀ ਤਾਂ ਗੱਲ ਯਾਰ ਮੈਂ ਤੈਨੂੰ ਕਿਹੜੇ ਪਾਸਿਓਂ ਸ਼ੁਰੂ ਕਰਾਂ ਤੇ ਕਿੱਥੇ ਆ ਕੇ ਛੱਡਾਂ। ਸਾਡਾ ਜਿਹੜਾ ਪਹਾੜੀ ਨਿਜ਼ਾਮ ਆ, ਅੱਲਾਹ ਤਾਲਾ ਨੇ ਬਰਫ਼ ਨਾਲ ਢਕਿਆ ਹੋਇਆ। ਉਹ ਇੰਨੀ ਬਰਫ਼ ਉੱਥੇ ਪਈ ਹੈਗੀ ਆ, ਉਹ ਇੰਨੀ ਬਰਫ਼ ਪਿਘਲਦੀ ਪਈ ਆ ਕਿ ਨਦੀ ਨਾਲੇ ਹਮੇਸ਼ਾ ਹੀ ਉਹ ਬਾਹਰ ਕਿਨਾਰਿਓਂ ਬਾਹਰ ਹੋ ਕੇ ਚੱਲਦੇ ਪਏ ਆ। ਸਿਰਫ ਇਹ ਹਕੂਮਤ ਦੀ ਨਕਸ ਪਾਲਿਸੀ ਦੀ ਵਜ੍ਹਾ ਤੋਂ ਪਾਣੀ ਸਟੋਰ ਨਹੀਂ ਕੀਤਾ ਜਾ ਰਿਹਾ। ਅਗਰ ਪਾਣੀ ਸਟੋਰ ਕੀਤਾ ਜਾਵੇ ਤੇ ਜਿਹੜੀ ਸਾਡੀ ਜ਼ਮੀਨ ਬੰਜਰ ਹੁੰਦੀ ਜਾ ਰਹੀ ਆ, ਪੌਦੇ ਜਿਹੜੇ ਨੇ ਉਹ ਮੱਛੀ ਤਰ੍ਹਾਂ, ਮੇਰਾ ਮਤਲਬ ਬਿਲਕਦੇ ਆ ਪਾਣੀ ਪਾਣੀ ਪਾਣੀ। ਲੇਕਿਨ ਉਹਨਾਂ ਦੇ ਕੋਲ ਦੀ ਲੰਘਦਿਆਂ ਆਇਆ ਉਹਨਾਂ ਦੇ ਪੱਤਿਆਂ ਉੱਤੇ ਹੱਥ ਫਿਰ ਕੇ ਦਿਲਾਸਾ ਦੇਈਦਾ ਵੀ ਅੱਲਾ ਅੱਗੇ ਦੁਆ ਕਰੋ ਤੁਸੀਂ ਵੀ, ਅਸੀਂ ਵੀ ਅੱਲਾ ਅੱਗੇ ਦੁਆ ਕਰਦੇ ਹਾਂ ਕਿ ਅੱਲਾ ਰਹਿਮਤ ਦੀ ਬਾਰਿਸ਼ ਪਾ ਦੇਵੇ। ਇਹੀ ਇੱਕ ਆਪਣੇ ਕੋਲ ਹੱਲ ਹੈ ਕਿ ਅੱਲਾ ਆਪਣੀਆਂ ਕੱਟੇ ਤੇ ਕਟੀਂਦੀਆਂ, ਵਰਨਾ ਨਾ ਇਹਨਾਂ ਹਕੂਮਤਾਂ ਨੂੰ ਕੋਈ ਫਿਕਰ ਆ ਤੇ ਨਾ ਇਹਨਾਂ ਵੱਡਿਆਂ ਅਫਸਰਾਂ ਨੂੰ ਕੋਈ ਫਿਕਰ ਆ। ਜ਼ਿਮੀਂਦਾਰ ਮਰਦਾ ਤੇ ਮਰੇ ਜਾਵੇ ਜਹੰਨਮ ਚ। ਇਹਨਾਂ ਦੀਆਂ ਆਪਦੀਆਂ ਗੱਡੀਆਂ ਜਿਹੜੀਆਂ ਹੈਗੀਆਂ ਐ ਤੇ ਬੰਗਲੇ ਏਸੀ ਲੱਗੇ ਰਹਿਣ ਤੇ ਚੱਲਦੇ ਰਹਿਣ ਤੇ ਇਹਨਾਂ ਨੂੰ ਕਮਿਸ਼ਨ ਤੇ ਪੈਸੇ ਪਹੁੰਚਦੇ ਰਹਿਣ ਤੇ ਇਹ ਆਪਦੇ ਬੱਚਿਆਂ ਨੂੰ ਅਮਰੀਕਾ ਤੇ ਯੂਰਪ ਭੇਜ ਕੇ ਪੜ੍ਹਾਉਂਦੇ ਰਹਿਣ ਤੇ ਵੱਡੀਆਂ ਅਹੁਦਿਆਂ ਤੇ ਫਾਇਦ ਕਰਦੇ ਰਹਿਣ ਤੇ ਬਸ ਇਹ ਫਿਰ ਬੜੇ ਖੁਸ਼ ਆ। ਲੇਕਿਨ ਸਾਨੂੰ ਕਿੰਨੇ ਪੁੱਛਣਾ? ਅਸੀਂ ਅੱਜ ਵੀ ਮਰੇ, ਅਸੀਂ ਕੱਲ ਵੀ ਮਰੇ। ਮਤਲਬ ਆਪਦਾ ਸਿਰ ਆਪ ਹੀ ਮੁੰਨਣਾ, ਆਪਣਾ ਸਿਰ ਆਪ ਮੁੰਨਣਾ।